मॉर्निंग स्टूडेंट्स। ਆਪਾਂ ਪਿਛਲੇ 4 ਲੈਕਚਰਸ ਦੇ ਵਿੱਚ ਸਟੱਡੀ ਕਰ ਰਹੇ ਹਾਂ ਕਲਾਸ 10th ਦੇ ਲਈ ਸਾਇੰਸ ਦੇ ਟੌਪਿਕਸ ਲੈਸਨ 10 ਰਿਫਲੈਕਸ਼ਨ ਐਂਡ ਰਿਫਰੈਕਸ਼ਨ। ਕੱਲ ਜੋ ਆਪਾਂ ਕੀਤਾ ਸੀ ਉਹਦੇ ਵਿੱਚ ਆਪਾਂ ਕੀਤਾ ਸੀ ਕਿ ਕਨਕੇਵ ਮਿਰਰ ਦੇ ਵਿੱਚ ਆਪਾਂ ਰੇ ਡਾਇਗਰਾਮਸ ਕੀਤੀਆਂ ਸੀ when the object is at different positions। ਮੈਨੂੰ ਥੋੜਾ ਲੱਗਾ ਕਿ ਉਹਦੇ ਵਿੱਚ ਆਪਾਂ ਇੱਕ ਟਰਮ ਯੂਜ਼ ਕਰਦੇ ਸੀ ਬਾਰ-ਬਾਰ ਰੀਅਲ ਇਮੇਜ ਐਂਡ ਵਿਰਚੁਅਲ ਇਮੇਜ। वो बहुत ज़्यादा प्रॉपरली क्लैरिफाई नहीं हो पाया कल। बड़ा इंपॉर्टेंट क्वेश्चन है कि व्हाट इज़ द डिफरेंस बिटवीन रियल इमेज एंड विर्चुअल इमेज के वास्तविक ਅਤੇ ਆभासी प्रतिबिंब ਵਿੱਚ अंतर। मैं थोड़ा ਜਿਹਾ ਉਹਨੂੰ ਸ਼ਾਰਟ ਦੇ ਵਿੱਚ ਉਹਦੇ ਬਾਰੇ ਤੁਹਾਨੂੰ ਅੱਜ शुरुआत ਉਹਦੇ ਨਾਲ ਕਰਦੇ ਹਾਂ ਕਿ ਰੀਅਲ ਇਮੇਜ ਜਾਂ ਵਾਸਤਵਿਕ ਇਮੇਜ ਕੀ ਹੁੰਦਾ। ਆਪਾਂ ਬਹੁਤ ਸਾਰੀਆਂ ਰੇ ਡਾਇਗਰਾਮਸ ਕੱਲ੍ਹ ਡਰਾ ਕੀਤੀਆਂ, ਉਹਨਾਂ ਵਿੱਚ ਮੈਂ 2 ਡਾਇਗਰਾਮਸ ਡਰਾ ਕੀਤੀਆਂ ਹੋਈਆਂ ਸਿਰਫ ਉਹ ਸ਼ੋਅ ਕਰਨ ਦੇ ਲਈ। ਇੱਕ ਆਪਾਂ ਡਾਇਗਰਾਮ ਕੱਲ੍ਹ ਡਰਾ ਕੀਤੀ ਸੀ ਕਿ ਵੈਨ ਦਾ ਆਬਜੈਕਟ ਇਜ਼ ਬਿਯੋਂਡ ਸੀ, ਆਬਜੈਕਟ ਸੀ ਤੋਂ ਪਿੱਛੇ ਹੈ। ਡਾਇਗਰਾਮ ਡਰਾ ਕੀਤੀ ਸੀ ਕਿ 2 ਰੇਜ਼ ਆਪਾਂ ਲੈ ਲਈਆਂ ਜਿਹੜੀਆਂ ਉਸ ਆਬਜੈਕਟ ਨਾਲ ਸਟ੍ਰਾਈਕ ਕਰਨ ਤੋਂ ਬਾਅਦ ਆ ਰਹੀਆਂ। ਉਹ ਆਬਜੈਕਟ ਤੋਂ ਇਨਸੀਡੈਂਟ ਰੇ ਫਸਟ ਗਈ ਵਾਪਸ ਆਈ, ਸੈਕਿੰਡ ਗਈ ਰਿਫਲੈਕਸ਼ਨ ਤੋਂ ਬਾਅਦ ਵਾਪਸ ਆਈ, ਜਿਸ ਪੁਆਇੰਟ ਤੇ ਮਿਲੀਆਂ ਦੈਟ ਇਜ਼ ਦਾ ਇਮੇਜ। ਆਪਾਂ ਕੱਲ ਕੀਤੀ ਸੀ। ਇਹਦੇ ਵਿੱਚ ਇੱਕ ਗੱਲ ਨੋਟਿਸ ਕਰਨ ਵਾਲੀ ਹੈ ਕਿ ਦੇਖੋ ਪ੍ਰਕਾਸ਼ ਦੀਆਂ ਕਿਰਨਾਂ ਰਿਫਲੈਕਸ਼ਨ ਤੋਂ ਬਾਅਦ ਇੱਕ ਪੁਆਇੰਟ ਤੇ ਆ ਕੇ ਐਕਚੁਅਲ ਦੇ ਵਿੱਚ ਮੀਟ ਕੀਤੀਆਂ। ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਰਿਫਲੈਕਸ਼ਨ ਤੋਂ ਬਾਅਦ ਐਕਚੁਅਲ ਦੇ ਵਿੱਚ ਮੀਟ ਕਰਦੀਆਂ ਉਦੋਂ ਰੀਅਲ ਇਮੇਜ ਬਣਦਾ, ਵਾਸਤਵਿਕ ਇਮੇਜ ਬਣਦਾ। ਹੁਣ ਇਸ ਡਾਇਗਰਾਮ ਨੂੰ ਦੇਖੀਏ। ਕੱਲ ਦੀ ਆਪਾਂ ਲਾਸਟ ਡਾਇਗਰਾਮ ਡਰਾ ਕੀਤੀ ਸੀ ਕਿ when the object is between pole and focus। ਇਹਦੇ ਵਿੱਚ ਆਪਾਂ ਕੀ ਕੀਤਾ ਸੀ ਕਿ ਪ੍ਰਕਾਸ਼ ਦੀ ਕਿਰਨ ਇਨਸੀਡੈਂਟ ਰੇ ਆਫਟਰ ਰਿਫਲੈਕਸ਼ਨ that passes through focus, ਸੈਕੰਡ ਕਿਰਨ ਆਪਾਂ ਸੀ ਦੇ ਵਿੱਚੋਂ ਕੱਢ ਦਿੱਤੀ ਸੀ, ਸੀ ਚੋਂ ਹੀ ਵਾਪਸ ਆ ਗਈ ਸੀ। ਇਹ ਦੇਖੋ ਇਹ ਰੇਜ਼ ਜਿਹੜੀਆਂ ਰਿਫਲੈਕਟ ਹੋ ਰਹੀਆਂ ਇਹਨਾਂ ਦਾ ਡਿਸਟੈਂਸ ਅੱਗੇ ਅੱਗੇ ਵਧੀ ਜਾਏਗਾ। ਦੈਟ ਮੀਨਸ ਇਹ ਕਿਤੇ ਵੀ ਨਹੀਂ ਮਿਲਣਗੀਆਂ, ਔਰ ਕਿਤੇ ਵੀ ਨਹੀਂ ਮਿਲਣਗੀਆਂ ਤਾਂ ਰੀਅਲ ਇਮੇਜ ਨਹੀਂ ਬਣੇਗਾ। ਸੋ ਰੀਅਲ ਇਮੇਜ ਨਹੀਂ ਬਣਿਆ ਤਾਂ ਆਪਾਂ ਇਹਨੂੰ ਵਿਰਚੁਅਲੀ ਮਿਰਰ ਦੇ ਪਿਛਲੇ ਪਾਸੇ ਵਧਾਉਣ ਤੋਂ ਬਾਅਦ ਆਪਾਂ ਦੇਖਿਆ ਕਿ ਇੱਥੇ ਲਾਈਨ ਐਕਚੁਅਲ ਚ ਨਹੀਂ ਮਿਲ ਰਹੀਆਂ that appears to meet at this point। ਕਿੱਥੇ ਹੁਣ ਰਿਫਲੈਕਟਰ ਰੇ ਐਕਚੁਅਲ ਚ ਮਿਲ ਰਹੀਆਂ, ਇੱਥੇ ਰਿਫਲੈਕਟਰ ਰੇ ਐਕਚੁਅਲ ਚ ਨਹੀਂ ਮਿਲ ਰਹੀਆਂ। ਮੀਨਸ ਇਹ ਆभासी प्रतिबिंब है, विर्चुअल इमेज है। सो एक तो ये पॉइंट है बड़ा इंपॉर्टेंट कि वास्तविक प्रतिबिंब ਦੇ ਵਿੱਚ ਪ੍ਰਕਾਸ਼ ਦੀਆਂ ਕਿਰਨਾਂ ਐਕਚੁਅਲ ਚ ਮਿਲਦੀਆਂ, ਆभासी प्रतिबिंब ਦੇ ਵਿੱਚ ਪ੍ਰਕਾਸ਼ ਦੀਆਂ ਕਿਰਨਾਂ ਐਕਚੁਅਲ ਵਿੱਚ ਨਹੀਂ ਮਿਲਦੀਆਂ। ਨੰਬਰ 2 ਜਿਹੜਾ ਰੀਅਲ ਇਮੇਜ ਹੈ ਉਹਨੂੰ ਅਸੀਂ ਸਕਰੀਨ ਤੇ ਪ੍ਰਾਪਤ ਕਰ ਸਕਦੇ ਹਾਂ। ਉਹਨੂੰ ਆਪਾਂ ਸਕਰੀਨ ਤੇ ਬਣਾ ਸਕਦੇ ਹਾਂ, ਕਿਸੇ ਸਰਫੇਸ ਤੇ ਬਣਾ ਸਕਦੇ ਹਾਂ, ਕਿਸੇ ਪਰਦੇ ਤੇ ਬਣਾ ਸਕਦੇ ਹਾਂ। ਬੜੀ ਵਧੀਆ ਐਗਜ਼ਾਮਪਲ ਹੈ, ਆਪਾਂ ਥੀਏਟਰ ਜਾਂਦੇ ਹਾਂ, ਸਿਨੇਮੇ 'ਚ ਜਾਂਦੇ ਹਾਂ, ਉੱਥੇ ਮੂਵੀ ਦੇਖਦੇ ਹਾਂ, ਆਪਾਂ ਦੇਖਦੇ ਹਾਂ ਕਿ ਬਿਲਕੁਲ ਰੀਅਲ ਪਿਕਚਰ ਸਾਨੂੰ ਅੱਗੇ ਨਜ਼ਰ ਆ ਰਹੀਆਂ ਸਾਰੇ ਐਕਟਰ ਦੀਆਂ, ਐਕਟਰਸ ਦੀਆਂ। ਠੀਕ ਹੈ, ਦੈਟ ਮੀਨ ਉਹ ਇਮੇਜ ਹੀ ਹੈ ਐਕਚੁਅਲ 'ਚ, ਬਟ ਉਹ ਰੀਅਲ ਇਮੇਜਿਸ ਹੈ। ਉੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਸ ਇਮੇਜ ਨੂੰ ਅਸੀਂ ਸਕਰੀਨ ਤੇ ਬਣਾ ਲਿਆ, ਦੈਟ ਮੀਨ ਉਹ ਰੀਅਲ ਇਮੇਜ ਹੈ। ਸੋ ਜਿਹੜੇ ਇਮੇਜਸ ਸਕਰੀਨ ਤੇ ਬਣਾਏ ਜਾ ਸਕਦੇ ਆ ਉਹ ਰੀਅਲ ਇਮੇਜ ਹੁੰਦੇ। ਵਿਰਚੁਅਲ ਇਮੇਜ ਨੂੰ ਆਪਾਂ ਸਕਰੀਨ ਤੇ ਪ੍ਰਾਪਤ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਆਪਾਂ ਰੋਜ਼ ਮਿਰਰ ਦੇਖਦੇ ਹਾਂ, ਸ਼ੀਸ਼ੇ ਦੇ ਵਿੱਚ, ਦਰਪਣ ਦੇ ਵਿੱਚ ਆਪਣਾ ਫੇਸ ਦੇਖਦੇ ਹਾਂ ਰੋਜ਼ ਆਪਾਂ। ਜਿੱਦਾਂ ਆਪਾਂ ਦਰਪਣ ਦੇ ਅੱਗੇ ਖੜੇ ਆਪਾਂ ਦੇਖ ਰਹੇ ਹਾਂ ਉੱਥੇ, ਬਟ ਉਸ ਤੋਂ ਆਪਾਂ ਆਪਣੇ ਇਮੇਜ ਨੂੰ ਕਿਤੇ ਹੋਰ ਨਹੀਂ ਰਿਫਲੈਕਟ ਕਰਾ ਸਕਦੇ ਕਿ ਇੱਥੇ ਜਾ ਕੇ ਕਿਤੇ ਹੋਰ ਉਹਨੂੰ ਸਰਫੇਸ ਤੇ ਬਣਾ ਲਈਏ, ਪੋਸੀਬਲ ਹੀ ਨਹੀਂ। ਕਿਉਂ? ਕਿਉਂਕਿ ਜਿਹੜਾ ਮਿਰਰ ਦੇ ਵਿੱਚ ਇਮੇਜ ਬਣ ਰਿਹਾ ਦੈਟ ਇਜ਼ ਵਿਰਚੁਅਲ ਇਮੇਜ। ਸੋ ਮੇਨ 2 ਡਿਫਰੈਂਸਿਸ ਹੈ, ਬੜੇ ਮੇਜਰ ਡਿਫਰੈਂਸ ਹੈ ਜੋ ਰੀਅਲ ਤੇ ਵਿਰਚੁਅਲ ਇਮੇਜ ਦੇ ਵਿੱਚ ਹੁੰਦੇ ਆ। ਤੀਜੀ ਆਪਾਂ ਗੱਲ ਕਰ ਸਕਦੇ ਹਾਂ ਕਿ ਜੋ ਕਨਕੇਵ ਮਿਰਰ ਹੈ ਮੋਸਟਲੀ ਉਹ ਰੀਅਲ ਇਮੇਜ ਬਣਾਦਾ, ਸਿਰਫ ਇਸ ਕੇਸ ਨੂੰ ਛੱਡ ਕੇ ਕਿ ਜਦੋਂ ਆਬਜੈਕਟ ਜਿਹੜੀ ਆ P ਤੇ F ਦੇ ਵਿਚਕਾਰ ਹੁੰਦੀ ਉਦੋਂ ਵਿਰਚੁਅਲ ਇਮੇਜ ਬਣਦਾ। ਅਗਰ ਆਪਾਂ ਅਗਲਾ ਟੌਪਿਕ ਆਪਾਂ ਰਿਫਰੈਕਸ਼ਨ ਨੂੰ ਸਟੱਡੀ ਕਰਨਾ ਹਾਲੇ ਇਸ ਤੋਂ ਬਾਅਦ,
ਉਹਦੇ ਵਿੱਚ ਆਪਾਂ ਕਨਕੇਵ ਲੈਂਸ ਤੇ ਕਨਵੈਕਸ ਲੈਂਸ ਬਾਰੇ ਪੜ੍ਹਨਾ। ਉਹ 'ਚ ਆਪਾਂ ਪੜਾਂਗੇ ਕਿ ਜੋ ਕਨਵੈਕਸ ਲੈਂਸ ਹੈ ਉਹ ਰੀਅਲ ਇਮੇਜ ਬਣਾਉਂਦਾ ਮੋਸਟਲੀ, ਉਹਦੇ ਵਿੱਚ ਵੀ ਕੇਸ ਹੋਏਗਾ ਇਹ, ਉਹ ਆਪਾਂ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ। ਜੋ ਕਨਵੈਕਸ ਮਿਰਰ ਹੈ ਉਹ ਆਲਵੇਜ਼ ਵਿਰਚੁਅਲ ਇਮੇਜ ਹੀ ਬਣਾਉਂਦਾ। ਉਹ ਕਨਵੈਕਸ ਮਿਰਰ ਦੀਆਂ ਵੀ ਰੇ ਡਾਇਗਰਾਮਸ ਆਪਾਂ ਇਸ ਤੋਂ ਬਾਅਦ ਡਰਾ ਕਰਕੇ ਦੇਖਣੀ ਕਿ ਜੋ ਕਨਵੈਕਸ ਮਿਰਰ ਹੈ ਉਹ ਹਮੇਸ਼ਾ ਹੀ ਵਿਰਚੁਅਲ ਇਮੇਜ ਬਣਾਏਗਾ। ਉਦਾਂ ਅਗਰ ਆਪਾਂ ਰਿਫਲੈਕਸ਼ਨ ਦੇ ਵਿੱਚ ਗੱਲ ਕਰਾਂਗੇ ਤਾਂ ਕਨਕੇਵ ਲੈਂਸ ਜਿਹੜਾ ਆ ਉਹ ਵਿਰਚੁਅਲ ਇਮੇਜ ਬਣਾਏਗਾ। ਸੋ ਆਪਾਂ 3 ਪੁਆਇੰਟਸ ਲੈ ਸਕਦੇ ਹਾਂ ਰੀਅਲ ਤੇ ਵਿਰਚੁਅਲ ਦੇ ਵਿੱਚ, ਕਿ ਇਹਦੇ ਵਿੱਚ ਰਿਫਲੈਕਟਡ ਐਕਚੁਅਲ 'ਚ ਮਿਲਦੀਆਂ, ਇਹਦੇ ਵਿੱਚ ਐਕਚੁਅਲ 'ਚ ਨਹੀਂ ਮਿਲਦੀਆਂ, ਇਹਨੂੰ ਸਕਰੀਨ ਤੇ ਪ੍ਰਾਪਤ ਕਰ ਸਕਦੇ ਆ, ਇਹਨੂੰ ਸਕਰੀਨ ਤੇ ਪ੍ਰਾਪਤ ਨਹੀਂ ਕਰ ਸਕਦੇ। ਕਨਕੇਵ ਮਿਰਰ ਐਂਡ ਕਨਵੈਕਸ ਲੈਂਸ ਫਾਰਮ ਦਾ ਰੀਅਲ ਇਮੇਜ ਮੋਸਟਲੀ, ਜ਼ਿਆਦਾਤਰ ਰੀਅਲ ਇਮੇਜ ਬਣਾਉਂਦੇ ਆ। ਕਨਵੈਕਸ ਮਿਰਰ ਐਂਡ ਕਨਕੇਵ ਲੈਂਸ ਉਹ ਮੋਸਟਲੀ ਕਿਉਂ ਹਰ ਵੇਲੇ ਵਿਰਚੁਅਲ ਇਮੇਜ ਬਣਾਉਂਦੇ। ਸੋ ਦਿਸ ਵਾਸ ਡਿਫਰੈਂਸ ਬਿਟਵੀਨ ਰੀਅਲ ਐਂਡ ਵਿਰਚੁਅਲ ਇਮੇਜ। ਸੋ ਨੈਕਸਟ ਟੌਪਿਕ ਜੋ ਇੰਪੋਰਟੈਂਟ ਹੈ, ਆਪਾਂ ਕਨਕੇਵ ਮਿਰਰ ਦੀ ਗੱਲ ਕਰ ਰਹੇ ਹਾਂ। ਉਹਦੇ ਵਿੱਚ ਆਪਾਂ ਗੱਲ ਕਰਨੀ ਹੁਣ ਇਸ ਡਾਇਗਰਾਮ ਥੋੜੀ ਜਿਹੀ ਲੋੜ ਹੈ ਯੂਜ਼ਰਸ ਦੇ ਵਿੱਚ। ਆਪਾਂ ਗੱਲ ਕਰਨੀ ਆ ਯੂਜ਼ਸ ਆਫ ਕਨਕੇਵ ਮਿਰਰ, ਸਾਡਾ ਨੈਕਸਟ ਟੌਪਿਕ ਹੈ। ਇਸ ਟੌਪਿਕ ਤੋਂ ਬਾਅਦ ਕੁਝ ਇੰਪੋਰਟੈਂਟ ਯੂਜ਼ਸ ਹੈ। ਨੰਬਰ 1 ਕਿ ਆਪਾਂ ਸ਼ੇਪ ਕਰਨ ਦੇ ਲਈ ਜਾਂ ਆਪਾਂ ਕਹਿ ਸਕਦੇ ਹਾਂ ਕਿ ਮੇਕਅਪ ਦੇ ਵਾਸਤੇ ਕਨਕੇਵ ਮਿਰਰ ਦਾ ਯੂਜ਼ ਕਰਦੇ ਹਾਂ ਫॉर ਸ਼ੇਵਿੰਗ ਐਂਡ ਮੇਕਅਪ। ਕਿਉਂ? ਉਹਦੇ ਵਿੱਚ ਇਹ ਮਿਰਰ ਦੀ ਪ੍ਰੋਪਰਟੀ ਕਨਕੇਵ ਮਿਰਰ ਦੀ ਯੂਜ਼ ਹੁੰਦੀ ਹੈ। ਕੀ ਹੋ ਰਿਹਾ ਇਹਦੇ ਵਿੱਚ ਕਿ ਆਬਜੈਕਟ ਫੋਕਸ ਤੇ ਪੀ ਦੇ ਵਿਚਕਾਰ ਹੈ। ਦੈਟ ਮੀਨ ਆਬਜੈਕਟ ਇਜ਼ ਵਿਦਨ ਦਾ ਫੋਕਸ। ਤਾਂ ਕੀ ਰਿਜ਼ਲਟ ਮਿਲ ਰਿਹਾ? ਜਿਹੜਾ ਇਮੇਜ ਬਣ ਰਿਹਾ ਉਹ ਕਾਫੀ ਵੱਡਾ ਬਣ ਰਿਹਾ। ਔਰ ਜਦੋਂ ਸ਼ੇਵ ਕਰਨੀ ਆ ਜਾਂ ਫॉर ਮੇਕਅਪ ਪਰਪਸ ਜਦੋਂ ਆਪਾਂ ਕਨਕੇਵ ਮਿਰਰ ਨੂੰ ਯੂਜ਼ ਕਰਾਂਗੇ ਤਾਂ ਕੀ ਹੋਏਗਾ ਕਿ ਫੇਸ ਦਾ ਬਹੁਤ ਵੱਡਾ ਇਮੇਜ ਨਜ਼ਰ ਆਏਗਾ। ਫਾਇਦਾ ਕੀ ਹੋਏਗਾ ਕਿ ਜਿਹੜੇ ਛੋਟੇ ਛੋਟੇ ਵਾਲ ਵੀ ਅਗਰ ਆਪਾਂ ਸ਼ੇਵ ਕਰ ਰਹੇ ਹਾਂ तो भी छुटते नहीं। अदरवाइज तुम वैसे शेव करो ना वो कितने इतने वाल रहेगा कितने इतने वाल रहेगा। ठीक है। सो ये जरा इसीलिए आप इन्हें यूज करते हैं क्योंकि ये मैगनीफाइड इमेज जड़ा आ वो बनाता इस प्रॉपर्टी के बेस पे। सैकेंड आप प्रॉपर्टी की गल कर सकते हैं कि डेंटिस्ट जड़े डेंटिस्ट यूज करते हैं कनकेव मिरर नूं। देखो मूँह के दंदां नूं चैक करना, हुण जिहड़ा दंद है बिल्कुल एंड ते आ वो अंदरले पासों खराब है तो डेंटिस्ट किद्दां देखेगा। ठीक है। सो डेंटिस्ट जिहड़े आ इहनूं यूज करेगा। की हुंदा उन्हां कोल कनकेव मिरर है बड़ा छोटा जिहा। ठीक है। एक अपरेटस है, एक हैंडल है, हैंडल के पिछे छोटा जिहा कनकेव मिरर लगा है। वो कनकेव मिरर नूं हैंडल की हैल्प के नाल साडे माउथ दे विच पाउंदे आ। और टीथ का पिछला इमेज प्रॉपर्टी ही फिर काम करती है कि जो उत्थे जाके उन्होंने सैट कर लेंदे आ। सैट हो जाता कि जिथे ये जिहड़ा टीथ है उस मिरर दे फोकस के पोल दे विच आ जाए और मैगनीफाइड इमेज देख सकता डॉक्टर। एग्जैक्ट प्रॉब्लम जिहड़ी आ वो डेंटिस्ट उन्होंने नोटिस कर सकता। सो दिस इज द सैकेंड इंपॉर्टेंट पॉइंट। नंबर 3 टॉर्चेज है। जब आप कह लीए कार है या व्हीकल दी हेडलाइट्स है, इन्हां दे विच ਜਾਂ ਆਪਾਂ ਸਰਚ ਲਾਈਟਸ कह लीए इन्हां विच भी ਜਿਹੜਾ ਆ ਉਹ ਕਨਕੇਵ ਮਿਰਰ ਯੂਜ਼ ਹੁੰਦਾ। ਉਹਦੇ ਵਿੱਚ ਕਿਹੜੀ ਪ੍ਰੋਪਰਟੀ ਯੂਜ਼ ਹੁੰਦੀ ਆ ਜੋ ਆਪਾਂ ਕੱਲ ਡਾਇਗਰਾਮ ਕੀਤੀ ਉਹਦੇ ਬੇਸ ਤੇ ਮੈਂ ਗੱਲ ਕਰਨੀ ਹੈ। ਹੁਣ ਟਾਰਚ ਦੀ ਅਗਰ ਆਪਾਂ ਸਟਰਕਚਰ ਦੇਖੀਏ
ਟਾਰਚ ਤੁਸੀਂ ਦੇਖੋ ਕਿ ਐਕਚੁਅਲੀ ਟਾਰਚ ਦੀ ਸਕਰੀਨ ਆਪਾਂ ਕਹ ਲਈ ਇਦਾਂ ਦੀ ਹੁੰਦੀ ਹੈ, ਇੱਥੇ ਬਲਬ ਲੱਗਾ ਸਾਨੂੰ ਦਿਖਦਾ, ਠੀਕ ਹੈ। ਉਹਦੇ ਪਿਛਲੇ ਪਾਸੇ ਕਨਕੇਵ ਮਿਰਰ ਹੁੰਦਾ। ਦੈਟ ਮੀਨ ਉੱਥੇ ਕੀ ਹੁੰਦਾ, ਆਬਜੈਕਟ, ਉੱਥੇ ਆਬਜੈਕਟ ਕੀ ਹੈ, ਬੱਲਬ ਹੈ। ਬੱਲਬ ਫੋਕਸ ਤੇ ਪਿਆ, ਬੱਲਬ ਇਜ਼ ਐਟ ਫੋਕਸ। ਫੋਕਸ ਤੋਂ ਲਾਈਟ ਨਿਕਲੀ ਜਿਹੜੀ ਆ, ਮੈਂ ਤੇ ਪੁਆਇੰਟ ਵਾਈਜ਼ ਆਬਜੈਕਟ ਬਣਾ ਰਿਹਾ, ਜ਼ਿਆਦਾ ਕਲੀਅਰ ਹੋਏਗਾ। ਕੱਲ ਆਪਾਂ ਫੋਕਸ ਵੈਸੇ ਡਾਇਗਰਾਮ ਆਬਜੈਕਟ ਸ਼ੋ ਕੀਤੀ ਤੇ ਮੈਂ ਕਹਿਤਾ ਕਿ ਆਬਜੈਕਟ ਪੁਆਇੰਟ ਹੈ। ਇੱਥੋਂ ਲਾਈਟ ਗਈ, ਫੋਕਸ ਤੋਂ ਲੰਘੀ, ਮੰਨ ਲਓ ਇੱਥੋਂ ਲਾਈਟ ਗਈ ਮੀਨ ਫੋਕਸ ਤੋਂ ਪਾਸ ਹੋਈ। ਜਿੰਨੀਆਂ ਮਰਜ਼ੀ ਆਪਾਂ ਰੇਜ਼ ਲੈ ਲਈਏ, ਸਾਰੀਆਂ ਰੇਜ਼ ਜਦੋਂ ਇੱਥੇ ਟਕਰਾਣੀਆਂ ਆਫਟਰ ਰਿਫਲੈਕਸ਼ਨ ਕੀ ਹੋਣਗੀਆਂ, ਉਹ ਪੈਰਲਲ ਜਾਣਗੀਆਂ, ਪ੍ਰਿੰਸੀਪਲ ਐਕਸਿਸ ਦੇ ਪੈਰਲਲ ਜਾਣਗੀਆਂ। ਹੁਣ ਬੱਲਬ ਤੋਂ ਲਾਈਟ ਐਮਿਟ ਹੋਈ, ਉਹ ਇਨਸਟੈਂਟ ਰੇ ਬਣ ਗਈ, ਜਾ ਕੇ ਕਨਕੇਵ ਮਿਰਰ ਨਾਲ ਟਕਰਾਈ, ਉਸ ਤੋਂ ਬਾਅਦ ਪੈਰਲਲ ਹੋ ਗਈ ਫੋਕਸ ਪ੍ਰਿੰਸੀਪਲ ਐਕਸਿਸ ਤੋਂ। ਸੋ ਇਹੀ ਹੁੰਦਾ ਇਹਦੇ ਵਿੱਚ, ਜਿੰਨੀ ਇੱਥੋਂ ਲਾਈਟ ਪਾਸ ਹੋਈ ਸਾਰੀ ਇੱਥੇ ਟਕਰਾਈ, ਟਕਰਾਉਣ ਤੋਂ ਬਾਅਦ ਬਿਲਕੁਲ ਪੈਰਲਲ ਬੀਮ ਜਿਹੜੀ ਆ ਉਹ ਟਾਰਚ ਦੇ ਵਿੱਚੋਂ ਬਾਹਰ ਨਿਕਲਦੀ ਆ। ਆਪਾਂ ਨੂੰ ਇੱਕ ਛੋਟੇ ਜਿਹੇ ਬੱਲਬ ਨਾਲ ਮੋਰੇ ਆਪਾਂ ਵਾਈਡ ਏਰੀਆ ਦੇਖ ਸਕਦੇ ਹਾਂ। ਸੇਮ ਇਨ ਕੇਸ ਆਫ ਕਾਰ ਹੈਡਲਾਈਟਸ, ਕਾਰ ਹੈਡਲਾਈਟਸ ਵੀ ਦੇਖ ਲਓ, ਅੱਗੇ ਸਿੰਪਲ ਸ਼ੀਸ਼ਾ ਲੱਗਾ ਹੋਇਆ, ਪਲੇਨ ਮਿਰਰ ਹੈ, ਔਰ ਸੌਰੀ ਗਲਾਸ ਹੈ ਪਲੇਨ, ਠੀਕ ਹੈ। उसके पिछे बल्ब है, बल्ब के पिछे कनकेव मिरर है। जो लाइट ने जगना कनकेव मिरर नाल टकराना, पैरलल जाणगियां, पैरलल बीम्स ने की करना, छोटे जिहे बल्ब ने लार्ज एरिया साडे मूहरे उहनूं हाईलाइट कर देना, उहनूं इल्यूमिनेट कर देना, चानण हो जाता पूरा सामने। सो दिस इज द यूज ऑफ कनकेव मिरर। ते टॉर्चेस, कार हेडलाइट्स, सर्च लाइट्स, इन्हां विच कनकेव मिरर यूज हुंदा। ਇਹ ਪ੍ਰੋਪਰਟੀ ਉਹਦੀ ਯੂਜ਼ ਹੁੰਦੀ ਹੈ ਕਿ ਆਬਜੈਕਟ ਇਜ਼ ਪਲੇਸਡ ਐਟ ਫੋਕਸ। ਨੰਬਰ 4 ਆਪਾਂ ਦੇਖਦੇ ਹਾਂ ਕਿਸੇ ਈਐਨਟੀ ਸਪੈਸ਼ਲਿਸਟ ਕੋਲ ਜਾਈਏ, ਜਿਹਨੇ ਡਾਕਟਰ ਆਪਾਂ ਕਹਿ ਲੈਂਦੇ ਹਾਂ ਕਿ ਡਾਕਟਰ ਇਹਨੂੰ ਯੂਜ਼ ਕਰਦੇ ਆ ਐਜ਼ ਹੈਡ ਮਿਰਰ। ਉਹਦੇ ਵਿੱਚ ਵੀ ਕਿਹੜੀ ਪ੍ਰੋਪਰਟੀ ਯੂਜ਼ ਹੁੰਦੀ ਇਹੀ ਆ। ਇਹਨੂੰ ਜੇ ਮੈਂ ਉਲਟਾ ਦਵਾਂ ਇਸ ਡਾਇਗਰਾਮ ਨੂੰ, ਇਸ ਡਾਇਗਰਾਮ ਨੂੰ ਉਲਟਾ ਦਾਂ, ਕੀ ਮੈਂ ਕੀ ਬਣਾ ਦੇਣਾ, ਹੁਣ ਕੀ ਹੋ ਰਿਹਾ ਕਿ ਆਬਜੈਕਟ ਤੋਂ ਲਾਈਟ ਆ ਰਹੀ ਆ, ਇੱਥੇ ਮੈਂ ਕੀ ਕਹਿ ਰਿਹਾ ਸੀ, ਫੋਕਸ ਤੋਂ ਗਈ पैरेलल हो गई, इत्थे की होया, पैरेलल जा रही है, जाके की होएगी, रूल पढ़े आप, फोकस नहीं मिलेगी। मेरी डायग्राम बनाई है, फर्क ही है सिर्फ डायरेक्शन ऑफ लाइट चेंज होगी। हुण इत्थे ए इंसिडेंट रे सी, ए रिफ्लैक्टेड है, इत्थे ए इंसिडेंट रे है, फोकस ते जाके आफ्टर रिफ्लैक्शन लाइट मीट कर रही है। ਹੁਣ ਜਿਹੜੇ ਡਾਕਟਰ ਜਿਹੜੇ ਆ ਯੂਜ਼ ਕਰਦੇ ਆ ਐਜ਼ ਅ ਹੈਡ ਮਿਰਰ, ਉਹਦੇ ਵਿੱਚ ਕੀ ਹੁੰਦਾ ਕਿ ਆਬਜੈਕਟ ਮਤਲਬ ਲਾਈਟ ਦਾ ਸੋਰਸ ਇਨਫਿਨਿਟੀ ਤੇ ਆ, ਉੱਥੋਂ ਲਾਈਟ ਆ ਰਹੀ ਆ, ਆ ਕੇ ਜਿਸ ਬੋਡੀ ਪਾਰਟ ਨੂੰ ਵੀ ਡਾਕਟਰ ਨੇ ਦੇਖਣਾ ਹੁੰਦਾ, ਈਅਰ ਵਾਲੇ ਨੇ, ਨੋਜ਼ ਵਾਲੇ ਨੇ, ਥਰੋਟ ਹੈ, ਈਐਨਟੀ ਸਪੈਸ਼ਲਿਸਟ ਜਿਹੜਾ ਈਅਰ, ਨੋਜ਼ ਤੇ ਥਰੋਟ ਦਾ ਡਾਕਟਰ ਆ, ਉਹਨੇ ਤਿੰਨਾਂ ਚੀਜ਼ਾਂ ਨੂੰ ਚੈੱਕ ਕਰਨ ਇਹਦੇ ਨਾਲ ਕਰੇਗਾ। ਈਵਨ ਆਈ ਸਪੈਸ਼ਲਿਸਟ ਵੀ, ਜਿਹੜਾ ਆਈ ਡਾਕਟਰ ਹੈ ਉਹ ਵੀ ਇਸ ਮਿਰਰ ਨੂੰ ਯੂਜ਼ ਕਰਦੇ ਆ। ਪਰਪਸ ਉਹੀ ਆ ਕਿ ਜ਼ਿਆਦਾ ਲਾਈਟ ਨੂੰ ਇਕੱਠਾ ਕਰਕੇ ਬੋਡੀ ਦੇ ਪਾਰਟ ਨੂੰ ਜ਼ਿਆਦਾ ਇਲੂਮੀਨੇਟ ਕਰਦੇ ਆ, ਉਹ ਸਾਨੂੰ ਉਹਨੂੰ ਕਲੀਅਰਲੀ ਉਹ ਜਿਹੜੀ ਸਾਡਾ ਪਾਰਟ ਹੈ ਬੋਡੀ ਦਾ ਉਹ ਨਜ਼ਰ ਆਏਗਾ। ਸੋ ਈਅਰ, ਨੋਜ਼, ਥਰੋਟ, ਆਈ ਉਹ ਜ਼ਿਆਦਾ, ਉਹਦੇ ਉੱਪਰ ਜ਼ਿਆਦਾ ਲਾਈਟ ਪਏਗੀ, ਉਹਨੂੰ ਪ੍ਰੋਪਰ ਡਾਕਟਰ ਜਿਹੜਾ ਹੈ ਉਹ ਦੇਖ ਪਾਏਗਾ। ਨੰਬਰ 5 ਆਪਾਂ ਦੇਖਦੇ ਹਾਂ
ਸਾਡੇ ਘਰ 'ਚ ਡਿਸ਼ ਐਂਟੀਨਾਸ ਲੱਗੇ ਹੋਏ ਆ। ਹੁਣ ਡਿਸ਼ ਐਂਟੀਨਾ ਦੇ ਵਿੱਚ ਚਲੋ ਲਾਈਟ ਤਾਂ ਨਹੀਂ ਹੁੰਦੀ, ਬਟ ਪ੍ਰਿੰਸੀਪਲ ਉਹਦਾ ਲਾਈਟ ਆਫ ਲਾਅ ਆਫ ਰਿਫਲੈਕਸ਼ਨ ਦਾ ਹੀ ਹੈ। ਕੀ ਹੁੰਦਾ, ਅਗਰ ਆਪਾਂ ਡਿਸ਼ ਦੀ ਵੀ ਸਟਰਕਚਰ ਥੋੜੀ ਜਿਹੀ ਦੇਖ ਲਈਏ ਤਾਂ ਡਿਸ਼ ਦੀ ਜਿਹੜੀ ਅੰਦਰਲੀ ਸਰਫੇਸ ਹੈ ਉਹ ਕਨਕੇਵ ਹੁੰਦੀ ਆ। ਪਰ ਦੇਖਦੇ ਆ ਕਿ ਇੱਥੇ ਬਿਲਕੁਲ ਅੱਗੇ ਉਹਦੇ ਐਂਟੀਨਾ ਲੱਗਾ ਹੁੰਦਾ। ਐਂਟੀਨਾ ਕੀ ਕਰਦਾ, ਜਿਹਨੇ ਸਿਗਨਲ ਨੂੰ ਕੈਚ ਕਰਨਾ। ਹੁਣ ਕੱਲਾ ਐਂਟੀਨਾ ਲਾ ਕੇ ਆਪਾਂ ਸਿਗਨਲ ਨਹੀਂ ਕੈਚ ਕਰ ਸਕਦੇ। ਕੀ ਹੋ ਰਿਹਾ ਕਿ ਫਰਮ ਸੈਟੇਲਾਈਟ ਸਿਗਨਲ ਆ ਰਹੇ ਆ, ਸਾਰੇ ਦੇ ਸਾਰੇ ਸਿਗਨਲ ਆ ਕੇ ਇਸ ਐਂਟੀਨਾ ਦੀ ਕਨਕੇਵ ਸਰਫੇਸ ਤੇ ਪੈ ਰਹੇ ਆ। ਉਹ ਕੀ ਕਰ ਰਿਹਾ, ਕਨਕੇਵ ਮਿਰਰ ਦਾ ਫਾਇਦਾ ਆ, ਕਨਕੇਵ ਮਿਰਰ ਦਾ ਪ੍ਰੋਪਰਟੀ ਆ ਕਿ ਸਾਰੀ ਲਾਈਟ ਨੂੰ ਇੱਕ ਜਗ੍ਹਾ ਤੇ ਕਨਵਰਟ ਕਰਦਾ। ਸੋ ਸਾਰੇ ਦੇ ਸਾਰਾ ਸਿਗਨਲ ਜਿਹੜਾ ਆ ਉਹ ਆ ਕੇ ਇੱਥੇ ਕਨਵਰਟ ਹੋ ਰਿਹਾ ਔਨ ਐਂਟੀਨਾ। ਠੀਕ ਹੈ, ਉਹਨਾਂ ਕੀ ਹੋਏਗਾ, ਜਿਹੜਾ ਸਿਗਨਲ ਹੈ ਉਹ ਬੜਾ ਵਧੀਆ ਸਾਨੂੰ ਨਜ਼ਰ ਆਏਗਾ। ਆਪਾਂ ਅੱਜ ਦੀ ਡੇਟ ਦੇ ਵਿੱਚ ਤਾਂ ਮੈਨੂੰ ਲੱਗਦਾ ਆਪਾਂ ਕਈ 100 ਚੈਨਲ ਦੇਖਦੇ ਹਾਂ। ਉਹਦਾ ਮਕਸਦ ਇਹੀ ਆ ਡਿਸ਼ ਐਂਟੀਨਾ ਦਾ, ਇਸ ਕਰਵਡ ਸਰਫੇਸ ਬਣਾਉਣ ਦਾ, ਕਨਕੇਵ ਸਰਫੇਸ ਬਣਾਉਣ ਦਾ, ਕਿ ਸਿਗਨਲਸ ਨੂੰ ਉਹ ਈਜ਼ੀਲੀ ਕੈਚ ਕਰਕੇ ਐਂਟੀਨਾ ਦੇ ਉੱਪਰ ਪਾ ਦਿੰਦਾ। ਉਹਦੇ ਵਿੱਚ ਵੀ ਇਹੀ ਪ੍ਰੋਪਰਟੀ ਯੂਜ਼ ਹੁੰਦੀ ਹੈ ਕਿ ਦੂਰੋਂ ਸਿਗਨਲ ਆ ਰਿਹਾ ਹੈ, ਦੈਟ ਇਜ਼ ਨਾਟ ਦ ਲਾਈਟ। ਇਹ ਧਿਆਨ ਰੱਖਣਾ, ਰੂਲ ਉਹ ਆ ਬਟ ਲਾਈਟ ਨਹੀਂ ਹੈ, ਬਟ ਕਨਕੇਵ ਸਰਫੇਸ ਉਹਦੇ ਵਿੱਚ ਯੂਜ਼ ਹੋ ਰਹੀ। ਇੱਕ ਲਾਸਟ ਆਪਾਂ ਪੁਆਇੰਟ ਕਰ ਸਕਦੇ ਹਾਂ ਕਿ ਸੋਲਰ ਫਰਨੇਸਿਸ। ਫਰਨੇਸਿਸ ਕੀ ਆਪਾਂ ਕਹਾਂਗੇ, ਭੱਠੀਆਂ ਜਿਹੜੀਆਂ ਕਿਸੇ ਚੀਜ਼ ਨੂੰ ਪਿਘਲਾ ਵੀ ਸਕਦੀਆਂ। ਇਹਦੇ ਵਿੱਚ ਕੀ ਕੀਤਾ ਜਾਂਦਾ ਕਿ ਬੜੇ ਵੱਡੇ ਵੱਡੇ ਕਨਕੇਵ ਮਿਰਰ ਯੂਜ਼ ਕੀਤੇ ਜਾਂਦੇ ਆ। ਜਿਸ ਆਬਜੈਕਟ ਨੂੰ ਵੀ ਆਪਾਂ ਹੀਟ ਕਰਨਾ ਜਾਂ ਮੈਲਟ ਕਰਨਾ, ਉਹਨੂੰ ਫੋਕਸ ਤੇ ਰੱਖਿਆ ਜਾਂਦਾ। ਅਗੇਨ ਦਿਸ ਆ ਵੱਡਾ ਕਨਕੇਵ ਮਿਰਰ ਲਗਾਇਆ ਹੋਇਆ, ਲਾਈਟ ਦਾ ਸੋਰਸ ਆ ਰਿਹਾ, ਬਹੁਤ ਸਾਰਾ ਲਾਈਟ ਦਾ ਸੋਰਸ। ਜਿੰਨਾ ਇਹ ਜਿਹੜਾ ਕਨਕੇਵ ਮਿਰਰ ਦਾ ਐਪਰਚਰ ਜ਼ਿਆਦਾ ਹੋਏਗਾ ਉਨੀ ਜ਼ਿਆਦਾ ਲਾਈਟ ਨੂੰ ਫੋਕਸ ਕਰੇਗਾ। ਸੋ ਇਹਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਆ ਕਨਕੇਵ ਮਿਰਰਸ ਲਗਾਏ ਜਾਂਦੇ। ਉਹਨਾਂ ਕੀ ਹੋਏਗਾ ਕਿ ਜ਼ਿਆਦਾ ਲਾਈਟ ਜਿਹੜੀ ਆ ਉਹ ਜਾ ਕੇ ਇੱਕ ਪੁਆਇੰਟ ਤੇ ਫੋਕਸ ਹੋਏਗੀ। ਇਸ ਪੁਆਇੰਟ ਦੇ ਉੱਪਰ ਜੋ ਕੁਝ ਵੀ ਪਿਆ ਹੋਏਗਾ ਉਹ ਇੰਨੇ ਜ਼ਿਆਦਾ ਸਟਰੋਂਗ ਹੁੰਦੇ ਆ ਸੋਲਰ ਫਰਨੇਸਿਸ ਕਿ ਈਵਨ ਜੇ ਇੱਥੇ ਆਪਾਂ ਸਟੀਲ ਵੀ ਰੱਖ ਲਈਏ ਤਾਂ ਉਹਨੂੰ ਵੀ ਉਹ ਮੈਲਟ ਕਰ ਸਕਦੇ। ਸੋ these were the uses of concave mirror। ਇਸ ਤੋਂ ਅੱਗੇ ਜੋ ਆਪਾਂ ਨੈਕਸਟ ਲੈਕਚਰ ਦੇ ਵਿੱਚ ਸਟੱਡੀ ਕਰਾਂਗੇ, ਉਹਦੇ ਵਿੱਚ ਆਪਾਂ ਕਨਵੈਕਸ ਮਿਰਰ ਦੀਆਂ ਰੇ ਡਾਇਗਰਾਮਸ ਤੇ ਉਹਦੇ ਯੂਜ਼ਸ ਤੇ ਦੋਨਾਂ ਦੇ ਲਈ ਇੱਕ ਬੜਾ ਇੰਪੋਰਟੈਂਟ ਟੌਪਿਕ ਹੁੰਦਾ ਆ ਜਿਹੜਾ ਨਿਊਮੈਰੀਕਲ ਪ੍ਰੋਬਲਮਸ ਲਈ ਬੜਾ ਜ਼ਰੂਰੀ ਆ, ਦੈਟ ਇਜ਼ ਦਾ ਸਾਈਨ ਕਨਵੈਨਸ਼ਨਸ, ਚਿੰਨ੍ਹ ਪਰੰਪਰਾਵਾਂ। ਮੈਂ ਕੋਸ਼ਿਸ਼ ਕਰਾਂਗੀ ਕਿ ਤਿੰਨੋਂ ਟੌਪਿਕ ਜਿਹੜੇ ਆ ਉਹ ਆਪਾਂ ਇੱਕ ਲੈਕਚਰ ਦੇ ਵਿੱਚ ਹੀ ਨੈਕਸਟ ਦੇ ਵਿੱਚ ਕਵਰ ਕਰ ਲਈਏ। ਥੈਂਕ ਯੂ।